प्रवेश संधीला, जैसे कि आप लोग जानते हैं, इस वक्त दो राजों के दरमियान में बैठा हूँ। इस तरह बैठ कर जो वीलॉग करने की रीज़न ये है कि तकरीबन सुबह आप 8 बजे से कह सकते हैं जाके नाश्ता किया है, फिर उसके बाद वॉक होती है। पता आपको न्यूयॉर्क में ट्रैफिक यहाँ पे इतनी है कि कोई गाड़ी का कंसेप्ट ही नहीं है, ना आप रिस्क ले सकते हैं। तो वॉक करने के बाद हालत ऐसी नहीं है कि हम लोग बड़े कुर्सियों पे बैठे हैं। तो राजा साहब से जो रिक्वेस्ट की है कि वीलॉग करना है, और उनके इस चीज़ को मद्देनज़र रखते हुए कि थके हुए हैं, और राजा साहब तो चलो फिर भी थोड़ा बहुत है, लेकिन राजा साहब की हमें ख्याल करना पड़ता है। ये राजा साहब की दो चार जो है ना, वो मोहब्बतें इनकी हैं। अभी मैंने इनको कुटना भी है जी। कुटना तो समझ गए हो ना, गली बाती। जी हाँ। अच्छा जी, तीन चार चीज़ें हैं। एक तो जो बड़ी अहम चीज़ है वो है, जिसको दुनिया देख रही थी, ये मुलाकात पे मुलाकातें हो रही हैं ट्रंप की। एक मुलाकात आप लोगों ने देख ली है, इस पे राजा साहब से बात करेंगे, और दो चार छोटी छोटी चीज़ें और हैं कि किस किस से कौन कौन सी मुलाकातें हुई हैं। राजा साहब, सबसे पहले तो ट्रंप की चाचू से मुलाकात। इस मुलाकात के आपने वीडियो देखी है, बॉडी लैंग्वेज देखी है, और जिस तरह भारत के बारे में जो ट्रंप है वो बात करते हैं, और पाकिस्तान के वज़ीर से जिस तरह वो मिले हैं, ये वाला जो बॉडी लैंग्वेज है, बहुत सारी चीज़ें बाहर आ रही हैं। अमन है, फ़लस्तीन है, और सबसे बड़ी बात है कि सऊदी अरब वाले मामले, कतर वाले मामले के बाद 6 मुल्कों के सरबराहान भी शामिल थे उसमें, उस मुलाकात में, और उसके बाद फिर उनकी 1 to 1 मुलाकात भी हुई है। क्या क्या असरात होंगे हमारे खिते पर इस मुलाकात की चाचू के साथ, और फिर जो बाकी सरबराहान साथ बैठे हुए थे? बिस्मिल्लाहिर्रहमानिर्रहीम जी। पहले सब तो अस्सलाम वालेकुम सारे दोस्तां नूं। ਜਿਹੜੀ ਟੁਰਨ ਫਿਰਨ ਵਾਲੀ ਗੱਲ ਸੰਧੇਲਾ ਸਾਹਿਬ ਨੇ ਦੱਸੀ, ਉਹ ਸੂਰਤ ਹਾਲ ਇਹ ਹੈ ਸਰ ਕਿ ਕਮ ਅਜ਼ ਕਮ ਅਸੀਂ ਅੱਜ 12 ਮਾਈਲ ਪੈਦਲ ਚਲੇ ਹਾਂ। ਅੱਛਾ, ਔਰ ਇਸ ਵਕਤ ਪੋਜੀਸ਼ਨ ਇਹ ਹੈ ਕਿ ਖਵਾਹਿਸ਼ ਹੈ ਵੈ ਕੋ ਥਾਣਾ ਬੱਦੋ ਮੱਲੀ ਦਾ ਲਿੱਤਰ ਹੋਵੇ ਤੇ ਪੈਰਾਂ ਨੂੰ ਪੁੱਠੇ ਪਾਸੋਂ ਕੁੱਟੀ ਜਾਵੇ ਤੇ ਪੈਰ ਸਿੱਧੇ ਹੋ ਜਾਣ। ਉਹਦੀ ਵਜ੍ਹਾ ਸਰ ਇਹ ਹੈ ਕਿ ਇਸ ਪੂਰਾ ਏਰੀਆ ਜਿੱਥੇ ਅਸੀਂ ਬੈਠੇ ਹਾਂ, ਨਿਊਯਾਰਕ ਦਾ, ਰਾਜ ਸਾਹਿਬ ਨੂੰ ਦਿਲ ਕਿਹਾ ਜਾਂਦਾ ਹੈ, ਯਾਨੀ ਅਸੀਂ ਨਿਊਯਾਰਕ ਦੇ ਦਿਲ ਦੇ ਵਿੱਚ ਹਾਂ। ਔਰ ਸਾਡੇ ਪਿਛਲੇ ਪਾਸੇ ਜਨਾਬੇ ਵਜ਼ੀਰ ਆਜ਼ਮ ਮੀਆਂ ਮੁਹੰਮਦ ਸ਼ਹਬਾਜ਼ ਸ਼ਰੀਫ ਸਾਹਿਬ ਦਾ ਹੋਟਲ ਹੈ, ਔਰ ਅੱਜ ਉਸ ਹੋਟਲ 'ਚ ਵੀ ਪ੍ਰੈਜ਼ੀਡੈਂਟ ਟਰੰਪ ਦੀ ਆਮਦ ਵੀ ਸੀ, ਔਰ ਪੂਰਾ ਇਲਾਕਾ ਸਾਰੇ ਇਹਨਾਂ ਨੇ ਬੰਦ ਕੀਤੇ ਹੈ। ਯਾਨੀ ਨਿਊਯਾਰਕ ਦੀਆਂ ਸੜਕਾਂ ਬੰਦ ਨੇ, ਪਾਣੀ ਬੰਦ ਹੈ, ਹਵਾ ਬੰਦ ਹੈ, ਔਰ ਬੰਦ ਹੈ, ਤੁਸੀਂ ਸਿਰਫ ਪੈਦਲ ਚੱਲਣਾ। ਇਹ ਸਿਰਫ ਇਸ ਵਾਸਤੇ ਦੱਸ ਰਹੇ ਹਾਂ ਨਾਜ਼ਰੀਨ ਨੂੰ ਕਿ ਇਸ ਵਕਤ ਅਸੀਂ ਕੱਚੇ ਬਨੈਨਾ ਪਾ ਕੇ ਕਿਉਂ ਬੈਠੇ ਹਾਂ ਮੰਜੀ ਦੇ ਉੱਤੇ। ਇਹ ਉਹ ਮੰਜੀ ਹੈ ਜਿਹਦਾ ਟੁੱਟ ਗਿਆ ਹੈ ਪਾਵਾ, ਸ਼ਾਵਾ ਮੁਹੰਮਦ ਬਖਸ਼ਾ ਸ਼ਾਵਾ। ਅੱਛਾ ਸਰ, ਸਟਾਰਟ ਇਹ ਹੈ ਕਿ ਗੱਲ ਫਿਰ ਹੋਈ ਹੈ ਸਰ 10 ਮਈ, ਜਦੋਂ ਤੁਸੀਂ ਕੁਸ਼ਤੀ ਜਿੱਤੇ ਹੋਵੋ ਆਪਣੇ ਤੋਂ ਜ਼ਿਆਦਾ ਭਾਰੀ ਤਗੜੇ ਪਹਿਲਵਾਨ ਕੋਲੋਂ। ਯਾਨੀ ਆਮ ਤੌਰ 'ਤੇ ਬਾਕਸਿੰਗ ਦਾ ਮੁਕਾਬਲਾ ਜਾਂ ਰੈਸਲਿੰਗ ਦਾ ਮੁਕਾਬਲਾ ਹੁੰਦਾ ਅਤੇ ਦੋਵੇਂ ਪਹਿਲਵਾਨ ਜਿਹੜੇ ਵੇਟ ਹਨ ਉਹਨਾਂ ਦੇ, ਉਹ ਦੱਸਦੇ ਨੇ ਜੀ ਇਹਦਾ ਇੰਨੇ ਪਾਊਂਡ ਹੈ ਅਤੇ ਇਹ ਇੰਨੇ ਪਾਊਂਡ ਹੈ, ਅਤੇ ਇਹ ਇੰਨੇ ਯੂਰੋ ਹੈ ਅਤੇ ਇਹ ਇੰਨੇ ਯੂਰੋ। ਔਰ ਫਿਰ ਉਸ ਤੋਂ ਬਾਅਦ ਉਹਨਾਂ ਪਹਿਲਵਾਨਾਂ ਦੇ ਦਰਮਿਆਨ ਕੁਸ਼ਤੀ ਹੁੰਦੀ ਹੈ, ਇੱਕ ਜਿੱਤ ਜਾਂਦਾ, ਇੱਕ ਹਾਰ ਜਾਂਦਾ। ਹੁਣ ਸੂਰਤ ਹਾਲ ਇਹ ਸੀ ਸਰ ਕਿ ਪਾਕਿਸਤਾਨ ਤੋਂ ਕਈ ਗੁਣਾ ਬੜਾ ਦੁਸ਼ਮਣ, ਯਾਨੀ ਦੁਨੀਆ ਦੀ ਚੌਥੀ ਬੜੀ ਫੌਜ, ਰਾਜਾ ਰਜ਼ਾਕ ਸਾਹਿਬ ਔਰ ਪ੍ਰਵੇਸ਼ ਸੰਧੇਲਾ ਸਾਹਿਬ, ਯਾਨੀ ਉਹ ਇਹ ਹਿਸਾਬ ਸੀ ਕਿ ਇੱਕ ਪਾਸੇ ਟਰੈਕਟਰ ਦਾ ਟਾਇਰ ਹੈ ਅਤੇ ਦੂਜੇ ਪਾਸੇ ਚਿੰਗਚੀ ਦਾ ਟਾਇਰ ਹੈ, ਬਲਕਿ ਚਿੰਗਚੀ ਵੀ ਨਹੀਂ, ਛੋਟੇ ਖਿਡੌਣੇ ਦਾ ਟਾਇਰ ਹੈ। ਇਹ ਕੰਪੈਰੀਜ਼ਨ ਹੈ ਪਾਕਿਸਤਾਨ ਔਰ ਇੰਡੀਆ ਦੀ ਮਈਸ਼ਤ ਦਾ, ਫੌਜੀ ਕੂਵਤ ਦਾ, ਡਿਫੈਂਸ ਬਜਟ ਦਾ, ਐਕਸਪੋਰਟ ਦਾ, ਟੈਕ ਦਾ, ਰਾਫੇਲ ਦਾ, ਔਰ XYZ। ਸਰ ਅੱਲਾ ਨੇ ਸਾਡੇ 'ਤੇ ਇਤਨਾ ਵੱਡਾ ਕਰਮ ਕੀਤਾ, ਅਸੀਂ ਇਹ ਜੰਗ ਜਿੱਤੇ ਹਾਂ ਅੱਲਾ ਦੀ ਕਰਮ ਨਵਾਜ਼ੀ ਨਾਲ, ਅੱਲਾ ਦੀ ਮਦਦ ਨਾਲ। ਔਰ ਸਾਡੀ ਪਾਕ ਫੌਜ, ਸਲਾਮ ਹੈ ਉਸ ਪਾਕ ਫੌਜ ਨੂੰ, ਉਹਨਾਂ ਜਵਾਨਾਂ ਨੂੰ ਸਰ ਜਿਨ੍ਹਾਂ ਸੀਨੇ 'ਤੇ ਗੋਲੀ ਖਾਂਦੇ ਨੇ। ਇਨਸਾਨ ਨੂੰ ਦੁਨੀਆ ਦੇ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਉਹਦੀ ਜਾਨ ਪਿਆਰੀ ਹੁੰਦੀ ਹੈ। ਰਾਜਾ ਰਜ਼ਾਕ ਸਾਹਿਬ, ਇੰਝ ਹੀ ਗੱਲ ਹੈ ਸਰ, ਹਰ ਇਨਸਾਨ ਚਾਹੁੰਦਾ ਜਾਨ ਮਹਿਫੂਜ਼ ਰਵੇ। ਯਾਨੀ ਇੱਥੇ ਤੱਕ ਹੈ ਕਿ ਜਿਸ ਵਕਤ ਜੰਗਲ 'ਚ ਅੱਗ ਲੱਗਦੀ ਹੈ ਅਤੇ ਸ਼ੇਰਨੀ ਆਪਣੇ ਬੱਚਿਆਂ ਨੂੰ ਆਪਣੇ ਪੈਰਾਂ ਥੱਲੇ ਰੱਖ ਕੇ ਸੇਕ ਤੋਂ ਬਚਣ ਦੀ ਕੋਸ਼ਿਸ਼ ਕਰਦੀ ਹੈ, ਅਤੇ ਪਾਕ ਫੌਜ ਦੇ ਜਵਾਨ, ਫਿਰ ਮੈਂ ਜ਼ਿਕਰ ਕਰਾਂਗਾ ਮੇਜਰ ਅਦਨਾਨ ਜੈਸੇ ਬੱਚੇ ਜਿਸ ਮੁਲਕ ਹੀ 'ਚ ਹੋਣ ਸਰ, ਫਿਰ ਟਰੰਪ ਤੁਹਾਨੂੰ ਫਰਸ਼ੀ ਅਤੇ ਸੁਰਖ ਸਲਾਮ ਪੇਸ਼ ਕਰੇਗਾ। ਉਹਨਾਂ ਨੂੰ ਪਤਾ ਹੈ ਯਾਰ ਇਹ ਕੌਮ
ਨਾ ਇਹਨਾਂ ਨੂੰ ਪੈਸੇ ਨਾਲ ਸ਼ਿਕਸਤ ਦਿੱਤੀ ਜਾ ਸਕਦੀ ਹੈ, ਨਾ ਇਹਨਾਂ ਨੂੰ ਅਸਕਰੀ ਕੂਵਤ ਬਰਤਰੀ ਨਾਲ ਸ਼ਿਕਸਤ ਦਿੱਤੀ ਜਾ ਸਕਦੀ ਹੈ, ਕਿਉਂਕਿ ਇਹਨਾਂ ਕੋਲ ਮੇਜਰ ਅਦਨਾਨ ਜੈਸੇ ਬੱਚੇ ਨੇ ਜਿਹੜੇ ਸੀਨੇ ਤੇ ਗੋਲੀ ਖਾਂਦੇ ਨੇ ਸਰ। ਇਹ ਡਿਫਰੈਂਸ ਹੈ ਸਰ। ਅੱਜ ਤੁਸੀਂ ਇਹ ਦੇਖੋ, ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਸਾਹਿਬ ਚਾਈਨਾ ਜਾਂਦੇ ਨੇ, ਢੋਲਕੀਆਂ, ਵਾਜੇ, ਪੀਪਣੀਆਂ, ਸੁਰਖ ਕਲੀਨ, ਗਾਰਡ ਆਫ ਆਨਰ, ਹਟੋ ਬਚੋ, ਵੇਲਾਂ ਤੇ ਲਾਲਾ ਲਾਲਾ ਹੁੰਦੀ ਹੈ ਸਰ। ਮੈਂ ਆਪਣੀ ਜ਼ਿੰਦਗੀ ਵਿੱਚ ਐਸਾ ਪ੍ਰੋਟੋਕੋਲ ਕਿਸੇ ਪ੍ਰਾਈਮ ਮਿਨਿਸਟਰ ਦਾ ਨਹੀਂ ਦੇਖਿਆ ਸਰ। ਨਿਊ ਈਅਰ ਦੀ ਸੜਕਾਂ ਤੇ ਵੇਖ ਲਿਆ ਸਰ ਮੋਦੀ, ਇੱਧਰ ਮੈਂ ਫੇਰ ਆਵਾਂਗਾ, ਜੇ ਰਕਸ਼ਾ ਚਾਈਨਾ ਗਿਆ ਹੈ, ਕਿਰਾਇਆ ਪੈ ਰਿਹਾ ਚਾਈਨਾ ਜਾਣ ਦਿਓ, ਤੁਹਾਡੇ ਕੋਲ ਟਾਈਮ ਥੋੜਾ ਤੇ ਨਹੀਂ? ਨਹੀਂ, ਮੇਰੇ ਕੋਲ ਅੱਛਾ ਸੁਣਨ ਵਾਲੇ ਤੁਹਾਨੂੰ ਸੁਣਦੇ ਪੈਣੇ। ਅੱਛਾ, ਜਜ਼ਾਕ ਅੱਲਾ, ਜਜ਼ਾਕ ਅੱਲਾ। ਯਾਨੀ ਰਜ਼ਾਕ ਸਾਹਿਬ ਔਰ ਸੰਧੇਲਾ ਸਾਹਿਬ ਉੱਥੇ ਜਿਸ ਵਕਤ ਮੋਦੀ ਆਉਂਦਾ ਹੈ ਉਸੇ ਚਾਈਨਾ ਦੇ ਵਿੱਚ, ਉਹਦੇ ਨਾਲ 2 ਬੰਦੇ ਨੇ, ਤੇ ਜਦੋਂ ਸ਼ਹਿਬਾਜ਼ ਸ਼ਰੀਫ ਸਾਹਿਬ ਪੂਰਾ ਡੈਲੀਗੇਸ਼ਨ ਚਾਈਨੀਜ਼ ਦਾ ਸਰ ਵੈਲਕਮ ਕਰਨ ਵਾਸਤੇ ਆਇਆ। ਉਹ ਕਿਉਂ? ਉਹ ਚਾਈਨੀਆਂ ਨੂੰ ਪਤਾ ਸੀ ਕਿ ਮੇਜਰ ਅਦਨਾਨ ਜੈਸੇ ਜਵਾਨ ਇਸ ਮੁਲਕ ਵਿੱਚ ਮੌਜੂਦ ਹਨ, ਜਿਨ੍ਹਾਂ ਆਪਣੀ ਜਾਨ ਕੁਰਬਾਨ ਕਰਕੇ ਮਾਦਰੇ ਵਤਨ ਦੀ ਹਿਫਾਜ਼ਤ ਵਾਸਤੇ ਆਪਣਾ ਕੀਮਤੀ ਜਾਨ ਕੁਰਬਾਨ ਕੀਤੀ ਹੈ। ਚਾਚੂ ਕਤਰ ਜਾਂਦੇ ਨੇ ਸ਼ਹਿਬਾਜ਼ ਸ਼ਰੀਫ ਸਾਹਿਬ, ਤੁਸੀਂ ਦੇਖੋ ਕਤਰ ਪੀਪੜੀਆਂ, ਵਾਜੇ, ਤੋਪਾਂ, ਫਸਟ ਟਾਈਮ ਇਨ ਹਿਸਟਰੀ ਹੈ ਸਰ। ਇਹ ਮੈਂ ਨਹੀਂ ਦੇਖਿਆ ਇਸ ਤੋਂ ਪਹਿਲਾਂ, ਤੁਸੀਂ ਅਗਰ ਦੇਖਿਆ ਤੇ ਮੈਨੂੰ ਦੱਸਣਾ ਸਰ। ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਐਸਾ ਇਸਤਕਬਾਲ ਕਤਰ 'ਚ ਪਹਿਲੇ ਫੇਰੇ ਦਾ, ਫੇਰਾ ਜਾਣ ਆਉਣ ਵਾਲਾ ਤੁਹਾਡਾ ਪਤਾ ਕੋਈ ਨਹੀਂ ਨਾ, ਤੁਸੀਂ ਉਹ ਲੈ ਜਾਂਦੇ ਹੋ ਅਦਾਲਤ ਵਾਲੇ ਪਾਸੇ, ਜਿਹੜਾ ਉਹ ਦਰਖਾਸਤ ਆਈ ਹੈ। ਸੈਕੰਡ ਟਾਈਮ ਜਨਾਬ ਫਿਰ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਜਾਂਦੇ ਨੇ, ਉੱਥੇ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ, ਉਸ ਤੋਂ ਬਾਅਦ ਤਮਾਮ ਲੀਡਰਾਂ ਨਾਲ। ਯਾਨੀ ਤੁਸੀਂ ਇਹ ਦੇਖੋ, ਚਾਈਨਾ ਵਿੱਚ ਰੂਸ ਦਾ ਸਦਰ ਸ਼ਹਿਬਾਜ਼ ਸ਼ਰੀਫ ਨਾਲ, ਚਾਈਨੀ ਸਦਰ ਸ਼ਹਿਬਾਜ਼ ਸ਼ਰੀਫ ਨਾਲ, ਹਰ ਬੰਦੇ ਦਾ ਇਹ ਦਿਲ ਹੁੰਦਾ ਹੈ ਕਿ ਯਾਰ ਮੇਰੀ ਫੋਟੋ ਸ਼ਹਿਬਾਜ਼ ਸ਼ਰੀਫ ਨਾਲ ਬਣੇ। ਕਤਰ ਵਿੱਚ ਇਹੀ ਪ੍ਰੋਟੋਕੋਲ ਮਿਲਿਆ, ਕਤਰ ਵਿੱਚ ਦੂਸਰੀ ਦਫਾ ਇਹੀ ਪ੍ਰੋਟੋਕੋਲ ਮਿਲਿਆ। ਫਿਰ ਇੱਕ ਤਾਰੀਖ ਰਕਮ ਹੋ ਗਈ ਰਾਜਾ ਰਜ਼ਾਕ ਸਾਹਿਬ, ਤਵੱਜੋ, ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਕਿ ਕਿਸੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੂੰ ਸਾਊਦੀਆ ਦੀ ਫਜ਼ਾਵਾਂ ਵਿੱਚ ਜਹਾਜ਼ ਪਹੁੰਚਿਆ ਜਿਸ ਵਕਤ, ਤੇ ਸਰ ਜੀ ਆ ਗਏ ਜੇ, ਆ ਗਏ ਜੇ ਜਹਾਜ਼ ਸਾਰੋਂ ਨਾ ਆ ਕੇ ਕਿਹਾ ਚਾਚੂ ਸ਼ਹਿਬਾਜ਼ ਸ਼ਰੀਫ, ਅਗਲਾ ਲਫ਼ਜ਼ ਮੈਂ ਬੋਲ ਨਹੀਂ ਸਕਦਾ, ਸੰਧੇਲਾ ਸਾਹਿਬ ਦਾ ਚੈਨਲ ਹੈ, ਉਹ ਤੁਸੀਂ ਸਮਝ ਗਏ ਹੋ ਨਾਜ਼ਰੀਨ। ਰਿਸੀਵ ਕੀਤਾ, ਜਿਸ ਵਕਤ ਜਹਾਜ਼ ਲੈਂਡ ਹੋਇਆ, ਗਾਰਡ ਆਫ ਆਨਰ ਪੇਸ਼ ਕੀਤਾ। ਪ੍ਰੈਜ਼ੀਡੈਂਟ ਮੁਹੰਮਦ ਬਿਨ ਸਲਮਾਨ ਸਾਹਿਬ ਉੱਥੇ ਖੜੇ ਸਨ, ਔਰ ਕੱਲ ਰਾਤ ਨੂੰ ਇੱਕ ਸਵਾਲ ਪੁੱਛਿਆ ਗਿਆ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਕਿ ਜਦੋਂ ਤੁਸੀਂ ਮੁਹੰਮਦ ਬਿਨ ਸਲਮਾਨ ਸਾਹਿਬ ਨਾਲ ਮਿਲੇ ਸੀ, ਤੁਹਾਡੇ ਤਾਸਰਾਤ ਕੀ ਸਨ? ਤਾਂ ਉਹਨਾਂ ਕਿਹਾ ਸੀ 2 ਭਾਈ ਜਦੋਂ ਆਪਸ 'ਚ ਮਿਲਦੇ ਨੇ, ਇਹ ਤਾਸਰਾਤ ਸਨ। ਉੱਥੇ ਸਰ ਇੱਕ ਤਾਰੀਖ ਦਾ ਇੱਕ ਮੁਆਹਦਾ ਸਾਈਨ ਹੋਇਆ ਕਿ ਪਾਕਿਸਤਾਨ ਹਰਮੈਨ ਸ਼ਰੀਫੈਨ ਦੀ ਹਿਫਾਜ਼ਤ ਕਰੇਗਾ। ਇਹ ਹਿਸਟਰੀ ਆਪਣੇ ਨਾਜ਼ਰੀਨ ਨੂੰ ਦੱਸਣੀ ਬੜੀ ਜ਼ਰੂਰੀ ਹੈ ਸੰਧੇਲਾ ਸਾਹਿਬ। ਮੈਂ ਮਾਜ਼ਰਤ ਚਾਹਾਂਗਾ, ਤੁਹਾਡਾ ਟਾਈਮ ਮੈਂ ਜ਼ਿਆਦਾ ਲੈ ਰਿਹਾ। ਬਿਸਮਿਲ੍ਲਾ, ਤੁਸੀਂ ਵੈਲਕਮ। ਅੱਛਾ, ਉਹ ਸਰ ਉੱਥੇ ਤੁਸੀਂ ਇਹ ਦੇਖੋ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਇੱਕ ਐਸਾ ਮੁਆਹਦਾ ਸਾਈਨ ਕਰਦੇ ਨੇ ਕਿ ਦੁਨੀਆ ਦੀ ਇਸ ਕਾਇਨਾਤ ਦੀ ਬਿਹਤਰੀਨ ਜਗ੍ਹਾ ਮਸਜਿਦੁਲ ਹਰਾਮ ਔਰ ਮਸਜਿਦ ਨਬਵੀ ਦੀ ਹਿਫਾਜ਼ਤ ਦਾ ਜ਼ਿੰਮਾ ਕਿਹਦੇ ਜ਼ਿੰਮੇ? ਪਾਕਿਸਤਾਨ ਦੇ ਜ਼ਿੰਮੇ, ਪਾਕ ਫੌਜ ਦੇ ਜ਼ਿੰਮੇ, ਹਾਫਿਜ਼ ਸੈयद ਆਸਮ ਮਨੀਰ ਦੇ ਜ਼ਿੰਮੇ, ਹਾਫਿਜ਼ ਆਸਮ ਮਨੀਰ ਦੇ ਜ਼ਿੰਮੇ। ਅਗਲਾ ਫਿਕਰਾ ਫਿਰ ਅਜ਼ਫ ਕਰ ਗਿਆ ਸਰ। ਇਹ ਫਤੂਹਾਤ ਦਾ ਸਿਲਸਿਲਾ ਅੱਜ ਪ੍ਰੈਜ਼ੀਡੈਂਟ ਟਰੰਪ ਵਾਲੀ ਮੁਲਾਕਾਤ ਜਿਹੜੀ ਹੈ ਨਾ ਸਰ, ਉਹਦੇ ਨਾਲ ਆਪਣੀ ਆਵਾਮ ਨੂੰ ਅਸੀਂ ਬੜੀ ਸ਼ਾਰਟ ਮੈਮੋਰੀ ਹੁੰਦੀ ਹੈ, ਅਸੀਂ ਭੁੱਲ ਜਾਂਦੇ ਹਾਂ ਅਸਾਂ ਕੱਲ ਖਾਧਾ ਕੀ ਹੈ। ਤੁਹਾਨੂੰ ਯਾਦ ਵੀ ਨਹੀਂ ਹੋਣਾ ਮੈਂ ਕੱਲ ਕੀ ਖਾਧਾ। ਇਹ ਸੀਕੁਐਂਸ ਹੈ ਪੂਰਾ ਸਰ ਪ੍ਰਾਈਮ ਮਿਨਿਸਟਰ ਦਾ, ਜਿਹੜਾ ਚਾਈਨਾ ਤੋਂ ਸਟਾਰਟ ਹੋ ਕੇ ਆ ਰਿਹਾ, ਔਰ ਉਹ ਪੂਰੀ ਦੁਨੀਆ ਤੇ ਇੱਕ ਫਾਤਿਹ ਵਜ਼ੀਰ ਆਜ਼ਮ ਹੈ ਸਰ। ਉਹ ਇੱਕ ਜੰਗ ਜਿੱਤੀ ਹੈ ਉਹਨੇ ਸਰ। ਤੁਸੀਂ ਇਹ ਦੇਖੋ ਨਾ ਕਿ ਹਿੰਦੁਸਤਾਨ ਦੀ ਆਬਾਦੀ 1 ਅਰਬ 30 ਕਰੋੜ 40, ਮਤਲਬ ਚਲੋ ਐਸਤੇ, ਯਾਨੀ ਅਸੀਂ ਉਸ਼ਰੇ ਉਸ਼ੀਰ ਵੀ ਨਹੀਂ ਆ ਸਰ ਉਸ ਮੁਲਕ ਦੇ, ਉਸ਼ਰੇ ਉਸ਼ੀਰ ਨਹੀਂ ਆ, ਕਿਉਂਕਿ ਮੋਦੀ ਦੇ ਮੁਲਕ ਵਿੱਚ ਇਮਰਾਨ ਖਾਨ ਜੈਸੇ ਗੱਦਾਰ ਨਹੀਂ ਹਨ। ਸਾਡੇ ਮੁਲਕ ਵਿੱਚ ਇਮਰਾਨ ਖਾਨ ਜੈਸੇ ਗੱਦਾਰ ਮੌਜੂਦ ਹਨ ਜਿਹੜੇ ਜੜ੍ਹਾਂ ਸਾਡੀਆਂ ਵੱਢ ਰਹੇ ਨੇ ਸਰ। ਇਹਦੇ ਬਾਵਜੂਦ ਪਾਕਿਸਤਾਨ ਇਹ ਜੰਗ ਜਿੱਤ ਗਿਆ। ਔਰ ਅੱਜ ਮੀਆਂ ਮੁਹੰਮਦ ਸ਼ਹਿਬਾਜ਼ ਸ਼ਰੀਫ, ਤੁਹਾਡੀ ਰਾਤੀ ਕੋਈ ਨਹੀਂ ਜੰਮਿਆ ਕਿ ਤੁਸੀਂ ਮਿਲੇ ਹੋ ਸਰ ਪ੍ਰੈਜ਼ੀਡੈਂਟ ਟਰੰਪ ਨੂੰ। ਸਾਡੇ ਪਾਕਿਸਤਾਨੀਆਂ ਦੇ ਕਲੇਜੇ ਅੱਜ ਮਜ਼ੀਦ ਵੱਧ ਗਏ। ਸਾਨੂੰ ਅੱਜ ਸਰ ਸਾਨੂੰ ਹੁਣ ਅਹਿਸਾਸ ਹੋ ਰਿਹਾ ਜਿਹੜੇ ਪਾਕਿਸਤਾਨ ਵਿੱਚ ਲੋਕ ਹਨ ਨਾ ਸਰ, ਉਹਨਾਂ ਦਾ ਡਾਇਰੈਕਟ ਇੰਟਰੈਕਸ਼ਨ ਨਹੀਂ ਹੈ ਇੰਡੀਅਨਸ ਦੇ ਨਾਲ, ਦੂਸਰਿਆਂ ਦੇ ਨਾਲ। ਅੱਜ ਉਹ ਅਗਰ ਇੱਥੇ ਆ ਕੇ ਦੇਖਣਗੇ ਨਾ ਕਿ ਤੁਸੀਂ ਜਦੋਂ ਇੰਡੀਅਨ ਦੇਖਦੇ ਹੋ ਨਾ ਤੇ ਉਹ ਅੱਖਾਂ ਨੀਵੀਆਂ ਕਰ ਲੈਂਦਾ। ਉਹਨੂੰ ਪਤਾ ਹੁੰਦਾ ਵੀ ਇਹਨਾਂ ਸਾਨੂੰ
ਯਬਨ ਗਠੀਟਾ ਕੀਤੇ ਆ ਇਸ ਮੁਲਕ ਨੇ। ਇਸ ਵਾਸਤੇ ਸੰਧੇਲਾ ਸਾਹਿਬ ਔਰ ਰਾਜਾ ਰਜ਼ਾਕ ਸਾਹਿਬ ਮੇਰੇ ਵਾਸਤੇ ਬੀਇੰਗ ਆ ਪਾਕਿਸਤਾਨੀ ਹੈ ਬੜੀ ਖੁਸ਼ੀ ਦੀ ਖਬਰ ਹੈ ਕਿ ਅੱਜ ਇੱਕ ਫਾਤਿਹ ਕੌਮ ਦਾ ਵਜ਼ੀਰ ਆਜ਼ਮ ਮੀਆਂ ਮੁਹੰਮਦ ਸ਼ਹਿਬਾਜ਼ ਸ਼ਰੀਫ ਪ੍ਰੈਜ਼ੀਡੈਂਟ ਟਰੰਪ ਨੂੰ ਮਿਲਿਆ। ਗੁਫ਼ਤਗੂ ਜਿਹੜੀ ਹੋਈ ਹੈ ਉਹਦੇ ਵਿੱਚ ਵੀ ਅਸੀਂ ਨੈਕਸਟ ਵੀਲਾਗ ਤੇ ਇੱਕੋ ਵਾਰੀ ਮੈਂ ਨਹੀਂ ਸੌਦਾ ਵੇਚ ਜਾਣਾ। ਅਸੀਂ ਹੁਣ ਥੋੜ੍ਹੀ ਦੇਰ ਬਾਅਦ ਜਾ ਰਹੇ ਹਾਂ ਕਿਉਂਕਿ ਸ਼ਾਮ ਦੇ 6:30 ਹੋ ਗਏ ਨੇ। ਅਸੀਂ ਪ੍ਰਾਈਮ ਮਿਨਿਸਟਰ ਆਫਿਸ 'ਚ ਦੁਬਾਰਾ ਜਾ ਰਹੇ ਹਾਂ, ਥੋੜ੍ਹੀਆਂ ਲੱਤਾਂ ਨੂੰ ਸਾਹ ਦਵਾ ਲਵੀਏ। ਅਸੀਂ ਤਿੰਨੇ ਉੱਥੇ ਜਾਵਾਂਗੇ, ਉੱਥੇ ਦੁਬਾਰਾ ਇੱਕ ਜਿਹੜੀ ਆ ਉਹ ਮੀਟਿੰਗ ਹੋਏਗੀ। ਸਾਡੇ ਡਿਫੈਂਸ ਮਿਨਿਸਟਰ ਸਾਹਿਬ ਹਨ, ਉਹਨਾਂ ਵੀ ਟਾਈਮ ਦਿੱਤੇ ਆ। ਉਸ ਤੋਂ ਬਾਅਦ ਤਾਰੜ ਸਾਹਿਬ ਨੇ, ਡਾਰ ਸਾਹਿਬ ਨੇ, ਉਹਨਾਂ ਨਾਲ ਵੀ ਬੈਠ ਕੇ ਗੁਫ਼ਤੋ ਸ਼ਨੀਦ ਹੋਏਗੀ ਔਰ ਉਹ ਫਿਰ ਅਸੀਂ ਇਨਸ਼ਾਅੱਲਾ ਅਗਲੀ ਕਿਸ਼ਤ ਕੱਲ੍ਹ ਜਾਰੀ ਕਰਾਂਗੇ। ਲੇਕਿਨ ਮੇਰੇ ਵਾਸਤੇ ਫਿਰ ਦੁਬਾਰਾ ਕਹਾਂਗਾ ਸਰ, ਅੱਜ ਪਾਕਿਸਤਾਨ ਦੀ ਤਾਰੀਖ ਰਕਮ ਹੋਈ ਹੈ ਕਿ ਮੇਰਾ ਪ੍ਰਾਈਮ ਮਿਨਿਸਟਰ ਫਖਰ ਨਾਲ ਇੱਕ ਦੁਨਿਆਵੀ ਸੁਪਰ ਪਾਵਰ ਦੇ ਪ੍ਰੈਜ਼ੀਡੈਂਟ ਨੂੰ ਮਿਲਿਆ, ਅੱਖਾਂ 'ਚ ਅੱਖਾਂ ਪਾ ਕੇ ਸਰ ਇੱਕ ਫਾਤਿਹ ਕੌਮ ਦਾ ਵਜ਼ੀਰ आज़म सी। राय साहब आप बिल्कुल ठीक कह रहे हैं और राय साहब का जज्बाती होना बनता भी है। मामला ही ऐसा है, चैप्टर ही ऐसा है कि जब आपको इतनी इज़्ज़त मिल रही हो, और इसलिए भी राजा साहब का जज्बाती होना बनता है क्योंकि वो इज़्ज़त मैं राजा साहब और राजा रज़ाक साहब अपनी आंखों से अमेरिका में देख रहे हैं। हम जब ये न्यू ईयर की सड़कों पे हमें 2 दफ़ा इत्फाक हुआ है कि वज़ीर आज़म शहबाज शरीफ का प्रोटोकॉल हमने देखा है, वज़ीर आज़म पाकिस्तान शहबाज शरीफ साहब का प्रोटोकॉल देखा है। जिस जगह पे वो रह रहे हैं, जहाँ पर वो रह रहे हैं, जिस तरह से शहबाज शरीफ साहब को जो है वो असिस्ट किया जा रहा है, पहले भी होता होगा, हमने नहीं देखा। लेकिन ये वाला जो नज़ारा है, आप बिलीव करें कि ये भी एक तारीख़ है, ये भी एक हिस्ट्री है। और मैं अपने आप को, राजा साहब को खुशकिस्मत समझता हूँ। राजा रज़ाक साहब तो ज़ाहिर है यहाँ पे रहते हैं, ये चीज़ें देखते रहते हैं। बहुत सारी चीज़ें ऐसी हैं जो अभी आपको बतानी है। एक तो जो सदर ट्रंप से मुलाकात हुई है, उसमें आपने शहबाज शरीफ साहब की बॉडी लैंग्वेज देखी होगी कि वो कैसे बात कर रहे थे। बल्कि मेरे ख़्याल में चाचू जो है वो शहबाज साहब को जो बता रहे थे, अभी राजा साहब ने ट्वीट भी किया, अगर आप लोगों ने देखा हो कि मतलब पूछा राजा साहब ने उसमें कि ट्रंप ने कि ये मतलब कैसे किया है, तो उन्होंने बताया कैसे किया है। वही बात जो राजा साहब बता रहे हैं कि आपकी बहादुर अफवाज जो हैं, आपके वो जो मेजर अदनान जैसे शहीद बच्चे हैं, ये वो जज्बा है। एक और रोल जो पाकिस्तान को मिल रहा है, अभी मैं राजा साहब की तरफ आऊँगा क्योंकि हमने ट्रंप की तकरीर जो है वो राजा साहब की ज़ुबानी सुननी है, क्योंकि ये राजा साहब के ज़ाहिर है इस मुल्क में रहते हैं तो प्रेसिडेंट है, तो इनसे पूछेंगे आज इनके प्रेसिडेंट ने जो तकरीर की है, ताकि मैं और राजा साहब अपनी बात ख़त्म कर लें। तो फिर क्योंकि ज़्यादा टाइम भी आप लोगों के पास नहीं होता, तो एक लीड करने का मौका मिल रहा है पाकिस्तान को, जो मशरक़ वस्ती है और हमारा जो एशिया है वहाँ पर पाकिस्तान को लीड करने का। 6 मुल्कों के जो सरबराहान हैं उनके साथ जो बिठाकर मीटिंग हुई है, जिसमें पाकिस्तान जो है वो लीड कर रहा है। अब ट्रंप पाकिस्तान से पूछ रहा है या ट्रंप पाकिस्तान को बता रहा है या ट्रंप पाकिस्तान से सलाह मशवरा ले रहा है, और फिर दुनिया के 6 तगड़े मुल्क जिसमें सऊदी अरब भी है, जिसमें कतर है, जिसमें इजिप्शियन भी हैं, ये बड़े कंट्री हैं उस लीके के, उस रीजन के, तो इनको पाकिस्तान लीड कर रहा है। आने वाले दिनों में ज़ाहिर है इस बात का ट्रंप को पता है कि ये सऊदी अरब के अलावा कौन कौन से मुल्क इस कठ में हो सकते हैं और उसकी क्या फिर आने वाले दिनों में, तो ये एक बहुत अहम है। इसकी जो मज़ीद तफसीलात हैं वो ज़ाहिर है जब आएंगी उस मुलाकात में जो हुआ है वो भी आपके अगले वीलॉग में बचाएंगे। लेकिन ये मेरे ख्याल में एक बड़ी चीज़ थी जो आपको बताना ज़रूरी थी। एक चीज़ मैं इसमें और ऐड कर दूँ, राय साहब जाने से पहले, सोशल मीडिया पर जो तूफ़ान बदतमीज़ी है, अली मोहम्मद ख़ान साहब जो हैं उन्होंने बड़ी खूबसूरत ट्वीट की। देखें वो मेरा दुश्मन भी है, सियासी दुश्मन से मुराद मेरा है कि उससे मेरा सियासी इख्तिलाफ है, लेकिन वो ये कह रहा है कि ये जो मिशन नूर है, हम मिशन नूर वाले नहीं बल्कि हम जबल नूर वाले हैं। तो उसने कुछ गलत बात तो नहीं की। जबल नूर के बारे में आप जानते हैं, राजा साहब एक मौजू है इनके पास, हमने वो डिस्कस करना है 1.5-2 घंटे का, उसमें ये जबल नूर और ये सारी चीज़ें उसमें आपको बताएंगे। और उन पे बदतमीज़ी है, अपने ही फ़ौजी जो हैं वो गिराए जा रहे हैं। और इसके अलावा फिर अगले ही वीलॉग में आपको ये भी बताएंगे, क्योंकि बल्कि इस वीलॉग में थोड़ी सी तो आप लोगों ने पहले देख चुके हैं, इसी में हम वो ऐड कर देंगे, जो वो बच्ची जो है वो गिरफ़्तार कर ली गई है, जिस तरह की वो सोशल मीडिया पर मुल्क के ख़िलाफ़ नारकी फैला रही थी। मैं अब राजा साहब की तरफ जाऊँगा एंड में, और राजा साहब से ये पूछेंगे कि जो ट्रंप ने तकरीर की है, ट्रंप की तकरीर में फिर इंडिया को जो रगड़ा लगाया है और वहाँ पर कहा है कि इंडिया जो है बहुत सारी जगहों पर अमेरिका के जो मफादात को नुकसान पहुँचा रहा है। राय साहब आपसे गुजारिश ये है कि ज़रा ट्रंप की तकरीर के बारे में, ज़ाहिर है आपके मुल्क के प्रेसिडेंट के, तो बताइए, एक तो उनकी तकरीर के बारे में बताइए और दूसरा जो रगड़ा लगाया इंडिया को उसके बारे में बताइए। बहुत शुक्रिया संदेला साहब और राय साहब का, और इट्स माय ग्रेट ऑनर कि मैं आप दोनों के साथ जो है ये गुफ्तगू कर रहा हूँ। और राय साहब के साथ तो डेफिनेटली एक सोशल मीडिया की जो है वो बहुत बड़ी शख्सियत है,
اور ان کے جو نیو یارک میں فین ہیں وہ بھی آپ نے کل دیکھے کہ وہ بلیو کریں کہ وہ منسٹر سے مل کے اتنے خوش نہیں تھے جتنے ان سے ملاقات کر کے جو ہے وہ خوش ہوئے. تو اٹس گریٹ آنر فار می. دیکھیں جو پریزیڈنٹ ٹرمپ صاحب نے جو بات کی ہے آج دوبارہ انڈیا کو جو رگڑا لگایا ہے کہ انڈیا اور چائنا کو ظاہر ہے انہوں نے ساتھ ملانا ہوتا ہے کہ یہ سب سے زیادہ جو ہے وہ یوکرین وار میں ہمیں نقصان پہنچا رہے ہیں کیونکہ جو یہ تیل خریدتے ہیں زیادہ ان کا زور جو تھا وہ انڈیا پہ تھا کہ یہ تیل بیچ کے تو رشیا کی جو اکانمی جو ہے اس کو اسٹرانگ کر رہے ہیں اور جس کا رشیا کی جنگ میں اس کو ہیلپ کر رہے ہیں. تو جس کا امپیکٹ جو ہے وہ یوکرین وار پہ آتا ہے اور جس میں پورا یورپ بھی لگا ہوا ہے اور کتنے سال ہو گئے ہیں اور ابھی تک جو ہے اس کا کوئی سلوشن نہیں نکل رہا. تو اس لیے ان کا اس چیز پہ غصے میں آنا بنتا ہے. مگر اس سے بھی پیچھے اگر جائیں نا رائے صاحب بھی اس سے اتفاق کریں. دیکھیں انڈیا پہ امریکہ نے 25 سال لگائے انویسٹمنٹ کی ہے. 25 سال کی انویسٹمنٹ ہے اور بلینز آف ڈالر کی جو ہے وہ انویسٹمنٹ ہے. اور انڈیا کو انہوں نے ایک جیسے پہلوان کی پرورش کرتے ہیں نا اس کے کھانے پینے کی ہر کوئی کمی نہیں انہوں نے چھوڑی کہ اس کو اتنا بڑا پہلوان بنا کے تو انہوں نے چائنا کے سامنے کھڑا کرنا تھا. اور جب باری آئی میدان میں تو وہ اپنے سے کئی گنا چھوٹے ملک پاکستان سے جس کا کسی طریقے سے بھی کوئی کمپیریزن نہیں بنتا اس کا ایک وار نہیں سہ سکا. جب فار ایگزامپل جب باکسنگ ہوتی ہے نا تو کسی باکسر کا ایک ہی پنچ لگے اور اگلا جو بڑا پہلوان جو ہے جو ریسلر جو ہے باکسر جو ہے وہ ناک آؤٹ ہو جائے تو یہ صاحب انڈیا کا ہوا ہے کہ اس کی کل اوقات اتنی تھی کہ پاکستان کا ایک وار وہ برداشت نہیں کر سکا. تو اس چیز نے انڈیا کو امریکہ کو جھنجھوڑ کے رکھ دیا کہ یار ہم اسی کس دے پیچھے لگے سی یہ اتنا کمزور پہلوان اتنا کوئی کرن دے باوجود جڑا وہ پاکستان دی ایک سٹ نہیں برداشت کر سکا. تو چائنا کے ساتھ جو ہے نا وہ کیا کرے گا. تو اس لیے ان کا غصہ جو ہے وہ بنتا ہے. اور جس طریقے سے رایا صاحب نے بات کی 10 مئی کے حوالے سے جو جنگ تھی میں اس کو نا جی ایک نظر سے یہ بھی دیکھتا ہوں کہ رائے صاحب کے آپ بلیو می کہ مجھے جو ہے نا وہ غزوہ بدر یاد آ جاتا ہے کہ ایک سائڈ پہ سارے سردار ہر طرح کا اسلحہ ان کے پاس اور تعداد میں مسلمانوں سے کئی گنا زیادہ اور دوسری سائڈ پہ 313 مسلمان ایک طرح کے نہتے اور الحمدللہ اللہ کی مدد سے سب کو لٹا دیا گیا. یہ اسی طریقے سے اس جنگ میں بھی ہوا کہ ایک سائڈ پہ مطلب انڈیا کے پاس دیکھیں فرانس کے رافیل روس کے طیارے اور پتہ نہیں کس کس ملک کے طیارے پوری دنیا کا اسلحہ S-400 اور پھر کہندے نو نہیں جی امریکہ پاکستان دی تے چائنا نے مدد کیتی او انی دیو پاکستان دی مدد کیتی ہے تے تسی او جڑے پیو دے سن طیارے رافیل تے جڑے او سارے خود استعمال کرتے رہے ہو. اسرائیلی جو ہے وہاں پہ موجود تھے ان کے ڈرون جو ہے وہ بھاگتے رہے ہیں پورا پاکستان. میں تو خود وٹنس ہوں میں خود دیکھ کے آیا ہوں. تو ان کو وہ سارے تو بھول گئے ہیں کہ ہمارے ساتھ پوری دنیا تھی. میں سمجھتا ہوں کہ یہ امریکہ کی بڑی خوش قسمتی ہے کہ یہ اس کا کچھ بھی نہیں تھا ورنہ انہوں نے بھی فارغ ہو جانا تھا. تو امریکہ کی عزت رہ گئی ہے. اور چاچو ٹرمپ جو ہے نا وہ بھی بڑا خوش ہے. وہ کہتا ہے نہیں بس پہلوان پاکستان ہی ہے اور دوجے تو ویسے ہی فارغ ہیں. تو سر اے ساری ٹوٹل کو لوگ آپ کی بالکل ٹھیک کہہ رہے ہیں اس میں کوئی شک نہیں ہے. مسلمان جو ہیں وہ تاریخ ہے وہ رائے صاحب اگر اس تاریخ کو پھرولنے نکلیں گے تو بڑے بڑے آپ کو ایسے مار کے نظر آئیں گے کہ مسلمانوں نے اب یہ دیکھیں جو سلطنت سلمانیہ تھی وہ کتنے سو سال تک یورپ تک حکمرانی کی ہے. مطلب کہ تو یہ ایک تاریخ ہے بہت بڑی اس پہ میں چلے جائیں گے اس میں کوئی شک نہیں ہے. چاچو کی ملاقات جو ہے وہ کویت کے امیر سے بھی ہوئی ہے. اس کے علاوہ
چانسلر جو تھے ناروے کی ان سے بھی ملاقات ہوئی اور سائیڈ لائن پہ دوسری ملاقاتیں اور بھی چل رہی ہیں. وزیر خارجہ اور ڈپٹی پرائم منسٹر اسحاق ڈار صاحب کی تقریباً 35 ملاقاتیں ہیں, ان کی 35 میٹنگز آپ کہہ سکتے ہیں. تو یہ جو ہمارے وزیر خارجہ صاحب ہیں, یہ خدا کی طرف سے ایک بڑی بلیسنگ ہے پاکستان کے لیے. ڈپٹی پرائم منسٹر بھی ہیں کہ ایک بندہ جو ہے 7 دن میں 35 ملاقاتیں کرے گا, میٹنگز کرے گا, جو کہ بڑی اہم میٹنگز ہیں. تو اس وقت شہباز شریف صاحب کے ساتھ جو ان کی ٹیم ہے, وزیر دفاع خواجہ محمد آصف صاحب ہیں, دیکھیں کیونکہ یہ سارا چیپٹر ہی دفاع کا ہے, اور وزیر دفاع جو ہے وہ کتنی اہمیت کا, اللہ تعالیٰ کی ذات زندگی دے خواجہ صاحب کو. ہماری ایک خوش قسمتی ہے کہ ہماری ان تک ایکسیس بہت اچھی ہے. راجہ صاحب سے وہ بڑا پیار کرتے ہیں, ان کی مہربانی ہے کہ مجھ سے بڑا پیار کرتے ہیں راجہ صاحب. تو وہ کیونکہ ہم ان کے ساتھ اٹھتے ہیں بیٹھتے ہیں, میں بتا رہا تھا راجہ صاحب کو کہ وہ لندن ہوٹل میں آئے ہیں تو 6 گھنٹے لابی میں بیٹھے رہے ہیں, ہر بندے آنے والے سے ملے ہیں, سلام لیا ہے, تصویر اترائی ہے, ہر میڈیا سے بات کی ہے, وہ بھی یہاں پر موجود ہیں, وہ بھی اپنے کردار ادا کر لیں. ٹیم ورک ہے. اور میں آپ کو ایک بات اور بتاؤں, کل رائے صاحب جو میٹنگ شہباز صاحب کے ساتھ ہوئی, انہوں نے اس میں کہا ہے کہ یہ صرف شہباز شریف کا کمال نہیں ہے یا جنگ شہباز شریف نے جیتی, بلکہ یہ ٹیم ورک ہے. افواج پاکستان کا, فیلڈ مارشل کا بار بار انہوں نے ذکر کیا. تو یہ جو ٹیم ہے جو اس وقت خدا کی ذات سے جو ہے وہ بنائی گئی ہے پاکستان میں, وہ جو کردار ادا کر رہی ہے, انشاءاللہ تعالیٰ اس سے پاکستان بڑی بلندیوں پر جائے گا. نظر بد سے بچائے. ہمیشہ جو ہے ٹھوڈا لگتا ہے ہمیں منزل کے قریب پہنچ کر. 2013 میں دیکھ لیں جو اللہ حکومت بنی, پھر اس کے بعد 99, پھر یہ بڑی, لیکن ہم ان وقتوں کو یاد نہیں کرنا چاہتے. بہت ساری چیزیں ہیں انشاءاللہ تعالیٰ اگلے ویلوگ میں اپڈیٹ. بات میں آخری سوری میں ایڈ کر دوں, جو کچھ یہاں پہ باہر سٹی میں جو کچھ ہو رہا ہے, جس طرح کا پروٹوکول چل رہا ہے, ابھی میں اپنا ایک تجربہ بتاتا ہوں کہ ایک بلاک میں نے ٹریول کرنا تھا تو 45 منٹ تک جو ہے نا انہوں نے سڑکیں جو ہے وہ بند رکھی, کیونکہ وہاں پہ پروٹوکول جو اپنا گاڑیاں گزر رہی تھی. تو اس میں یہ بھی میسج ہے, دیکھیں یہ ایک بڑی مہذب قومیں ہیں کہ جب ان کو روک دیا جاتا ہے اس پروٹوکول کی وجہ سے, سیکورٹی کی وجہ سے, تو کوئی بندہ شور نہیں کرتا. ہمارے یہاں اگر اس طرح کا کچھ ہو تو لوگ جو ہے نا وہ طرح طرح کی, اور وہ جو وکیل تھی, کیا نام تھا اس کا, وہ جو توتی کی جو بیٹی ہے, ہاں جی, بیمان مزاری, اس نے جس طریقے سے پروٹوکول توڑا, تو ان ملکوں میں کوئی کرے نا تو اٹھا کے وہاں پھینکتے ہیں کہ جہاں سے بندے کا پتہ بھی نہیں چلتا. تو ذرا اس سے بھی سیکھنا چاہیے. میں بھی ایڈ کرنا چاہوں گا آپ دونوں صاحبان کی اجازت سے. سندھیلا صاحب اللہ تمہیں خوش رکھے, اور راجہ رزاق صاحب تمہیں بھی اللہ خوش رکھے. انہاں دوواں نے میری بڑی خدمت کی ہے جی, اور میں اے کیمرے تے آن ریکارڈ اے بھی چلو ایک ریکارڈ رہے گا, اور انہاں دوواں بھائیاں دا میں مقروض رہاں گا ساری زندگی. ایک بڑی اہم گل اسی مس کر گئے ہاں, اج ساڈی فائنینس منسٹر صاحب نال لابی چ ملاقات ہوئی, اور انہاں دے الفاظ یہ سن اس گفتگو دے دوران, گو کہ گفتگو آف دی ریکارڈ ہوندی ہے جدوں تسی کسے نال ملدے ہو, کسے جگہ تے بیٹھدے ہو, گپ ہوندی ہے, تے او ذرا, لیکن ایک گل انہاں کیتی, انہاں کہا جی ایسا محنتی وزیر اعظم شاید اس تو پہلاں پاکستان دی تاریخ چ نہیں آیا. پہلا فکرہ انہاں دا یہ سی, اور دوسرا فکرہ انہاں دا یہ سی کہ ایسا محنتی فیلڈ مارشل پاکستان دی تاریخ پہلے دستیاب نہیں ہویا. یعنی اے جڑا آپس وچ کمبینیشن ہے نا تال میل دا, اے بھی بڑا اہمیت دا عمل ہے کہ شہباز صاحب جڑے او راؤنڈ دا کلاک سر, یعنی کل تقریباً 8 گھنٹے دی فلائٹ لے کے پرائم منسٹر ہوٹل چ پہنچے, اسی وہ سارا نظارہ دیکھ رہے ساں. اور اس تھکاوٹ نال, یعنی میں جس وقت نیو یارک پہنچیا وا, اگے سندھیلا صاحب کھڑے سن مینوں ویلکم کرنے واسطے, اور اگے راجہ رزاق صاحب کھڑے سن ہوٹل دی لابی چ مینوں ویلکم کرنے واسطے, اور میں ایک کچھی اور بنین دے وچ ساں کیونکہ ایزی ڈریس, لمبی فلائٹ ہے. پرائم منسٹر ٹریول کر کے آئے لنڈن تو 8 گھنٹے دی فلائٹ لے کے آمنے ساتھ اگے وہ بہ گئے جناب میٹنگ وچ, اور اتھے اسی تقریباً 20-25 افراد موجود ساں. انہاں سب تو پہلا ہر بندے نو کیا جی آپ نے جو بات کرنی ہے کریں. جدے سندھیلا صاحب نے کیا جی تانوں جنم دہاڑے دی مبارکباد ہے جی, وہ راجہ رزاق صاحب نے بھی گل کی, کافی سارے دوستاں نے, ہر بندے دی گل بڑے انہاں یعنی آرام نال سنی. انہاں یہ نہیں کیا کہ بھائی جی میں لندن تو ٹریاں ایتھے آ گیا یار مینوں کپڑے بدلن دیو, یعنی مینوں ساہ لین دیو, نو سر وہ بہ گئے نے, پھر اسی بیٹھے رہے ہیں, پھر وہ گفتگو ہو گئی ہے. پھر اس تو بعد کیونکہ وہ زیادہ حصہ آف دی ریکارڈ گفتگو سی, وہ اوورسیز دے حوالے نال کچھ
ਮੁਸਤਕਬਿਲ ਦੀਆਂ ਗੱਲਾਂ ਸਨ, ਆਉਣ ਵਾਲੇ ਵਕਤ ਦੀਆਂ, ਕਿ ਕਿਹੜੇ ਪ੍ਰੋਗਰਾਮ ਹੁਣ ਇੱਥੇ ਸਟਾਰਟ ਕਰਨਾ ਹੈ ਔਰ ਓਵਰਸੀਜ਼ ਨੂੰ ਕਿਸ ਤਰ੍ਹਾਂ ਮਜ਼ੀਦ ਸਟਰੈਂਥਨ ਕਰਨਾ ਹੈ। ਤੇ ਇਹ ਇੱਕ ਗੱਲ ਮੈਂ ਚਾਹੁੰਦਾ ਸਾਂ ਇਹ ਵੀ ਇਸ ਵੀਲਾਗ ਦੇ ਵਿੱਚ ਨਥੀ ਹੋ ਜਾਏ। ਮੁਹੰਮਦ ਔਰੰਗਜ਼ੇਬ ਸਾਹਿਬ ਜਿਹੜੇ ਸਾਡੇ ਵਫਾਕੀ ਵਜ਼ੀਰੇ ਖਜ਼ਾਨਾ ਹਨ ਸਰ, ਇਹ ਉਹਨਾਂ ਦੇ ਲਫ਼ਜ਼ ਕੋਟ ਅਨ कोट 2 ਲਾइनां जनाब दी नज़र। बिल्कुल जी, इसमें कोई शक नहीं है। वो डच भी हैं, साबिक़ हमारे हॉलैंड के शहरी हैं, रह चुके हैं। वज़ीर ख़ज़ाना साहब जो हैं, तो उनकी पाकिस्तान के लिए खिदमात जो हैं किसी ढकी छुपी नहीं है। आज हमारी मईशत ज़ाहिर है वज़ीर ख़ज़ाना का उसमें रोल है। अगर कोई सियासी वज़ीर ख़ज़ाना होता तो वो इसको शायद ज़रा बढ़ा चढ़ा कर पेश करता, लेकिन वो हमें बैक एंड पे नज़र आते हैं, ख़बरों में ज़्यादा नज़र नहीं आते, सोशल मीडिया पर नज़र नहीं आते, लेकिन वो जो काम कर रहे हैं उनका ये काम तरीक़ी है। आप इजाज़त दें, इंशाअल्लाह ताला अगले वीलॉग में बहुत सारी बातें रह गई हैं। फ़लक जवेद साहबा जो हैं उनके बारे में काफ़ी गुफ्तगू है, बल्कि वो आप सुन सकते हैं। मैं आपको इसी में आगे इसको टू बी कंटिन्यू, ये ख़त्म नहीं हुआ वीलॉग में, इसमें ऐड कर रहे हैं जो फ़लक जवेद साहब के बारे में गुफ्तगू की गई है। कंटिन्यू भी